ਸਤਿਨਾਮ ਵਾਹਿਗੁਰੂ 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 ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਤੇ ਸੰਗਤ ਟੈਲੀਵਿਜ਼ਨ ਦੀ ਟੀਮ ਇਸ ਵੇਲੇ ਗੁਰੂ ਨਾਨਕ ਗੁਰਦੁਆਰਾ ਕਾਲਡਮੋਰ ਵਾਲਸਾਲ ਵਿਖੇ, ਜਿੱਥੇ ਕਿ ਦੁਨੀਆ ਭਰ 'ਚ ਜਿਹੜੀ ਸੁਸਾਇਟੀ ਦਾ ਨਾਮ ਮਸ਼ਹੂਰ ਹੋ ਚੁੱਕਾ ਹੈ, ਮਿਡਲੈਂਡ ਲੰਗਰ ਸੇਵਾ ਸੁਸਾਇਟੀ, ਨਿਸ਼ਕਾਮ ਸੇਵਾ ਵਾਲੀ ਸੁਸਾਇਟੀ ਹੈ। ਇੰਗਲੈਂਡ ਦੇ ਜੰਮਪਲ ਨੌਜਵਾਨਾਂ ਨੇ ਸ਼ੁਰੂ ਕੀਤੀ ਇਹ ਸੁਸਾਇਟੀ ਹੈ ਔਰ ਇਹ ਸੁਸਾਇਟੀ ਉਹਨਾਂ ਲੋਕਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦੀ ਹੈ ਜਿਹੜੇ ਲੋਕ ਹੋਮਲੈਸ ਵੀ ਨੇ ਔਰ ਜਿਹੜੇ ਲੋਕ ਲੋੜਵੰਦ ਵੀ ਨੇ। ਬੜੇ ਲੰਬੇ ਟਾਈਮ ਤੋਂ ਇਹ ਸੰਸਥਾ ਸੇਵਾ ਕਰ ਰਹੀ ਹੈ ਅਤੇ ਹੁਣ ਜਦੋਂ ਮਹਾਂਮਾਰੀ ਦਾ ਸਮਾਂ ਆ ਗਿਆ, ਜਦੋਂ ਦੁਨੀਆ ਭਰ ਨੂੰ ਕਰੋਨਾ ਵਾਇਰਸ ਨੇ ਇਹ ਆਪਣੀ ਲਪੇਟ 'ਚ ਲਿਆ ਹੋਇਆ, ਉਦੋਂ ਜਦੋਂ ਲੋਕਾਂ ਦਾ ਘਰੋਂ ਨਿਕਲਣਾ ਬਾਹਰ ਬੰਦ ਹੋਇਆ ਸੀ, ਉਦੋਂ ਵੀ ਇਹਨਾਂ ਨੌਜਵਾਨਾਂ ਨੇ ਸੇਵਾ ਚਾਲੂ ਰੱਖੀ ਅਤੇ ਅੱਜ ਵੀ ਕਰ ਰਹੇ ਨੇ। ਅੱਜ ਉਚੇਚੇ ਤੌਰ 'ਤੇ ਇਹਨਾਂ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਦੇ ਜਿਹੜੇ ਮੋਢੀਆਂ ਵਿੱਚੋਂ ਇੱਕ ਨੇ ਵੀਰ ਰਣਧੀਰ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੁਸਾਇਟੀ ਕਿੰਨੇ ਚਿਰ ਪਹਿਲਾਂ ਤੁਸੀਂ ਸ਼ੁਰੂ ਕੀਤੀ ਸੀ? ਇਹ ਸੁਸਾਇਟੀ ਸ਼ੁਰੂ ਹੋਈ ਸੀ ਅਕਤੂਬਰ 2010 ਦੇ ਵਿੱਚ, ਹਾਂਜੀ ਸੌਰੀ 2013 ਦੇ ਵਿੱਚ। 2013 ਹਾਂਜੀ, ਹੁਣ 7 ਸਾਲ ਹੋ ਗਏ ਜੀ। 7 ਸਾਲ ਹੋ ਗਏ। ਸੋ ਆਪਾਂ ਸ਼ੁਰੂ ਹੁਣ ਜਿਹੜਾ ਆਹ ਬਾਲਸਾਲ ਆਪਾਂ ਗੁਰਦੁਆਰੇ ਖੜੇ ਹੈਗੇ ਆ, ਤਾਂ ਇੱਥੇ ਹੀ ਸਾਡਾ ਜੰਮਪਲ ਹੈ। ਅੱਛਾ ਜੀ। ਤਾਂ ਹੁਣ ਇੱਥੇ ਟਾਊਨ ਦੇ ਵਿੱਚ ਆਪਾਂ ਸ਼ੁਰੂ ਕੀਤੀ ਸੀ। ਹਾਂਜੀ 15 ਬੰਦਿਆਂ ਨੂੰ ਆਪਾਂ ਜਾ ਕੇ ਲੰਗਰ ਛਕਾਉਂਦੇ ਸੀਗੇ। ਅੱਛਾ ਜੀ। ਸੋ ਟਾਊਨ ਤੋਂ ਆਪਾਂ ਸ਼ੁਰੂ ਕੀਤੀ, ਫਿਰ ਆਪਾਂ ਸੋਚਿਆ ਵੀ ਹੁਣ ਗਾਂਹ ਵਧਾਈਏ। ਹਾਂਜੀ ਤੋਂ ਗਾਂਹ ਵੱਧਦੇ ਤਾਂ ਹੁਣ ਤਾਂ ਤਕਰੀਬਨ ਵਰਲਡ ਵਾਈਡ ਆਰਗੇਨਾਈਜੇਸ਼ਨ ਹੈ ਜੀ। ਵਰਲਡ ਵਾਈਡ ਆਰਗੇਨਾਈਜੇਸ਼ਨ ਹੈ ਅਤੇ ਕਿੰਨਿਆਂ ਬੰਦਿਆਂ ਨੂੰ ਹਰ ਹਫ਼ਤੇ ਲੰਗਰ ਤੁਸੀਂ ਛਕਾਉਂਦੇ ਦੁਨੀਆ ਭਰ 'ਚ? ਤਕਰੀਬਨ 40,000 ਤੋਂ ਉੱਪਰ ਹੀ, ਮੇਰਾ ਖਿਆਲ 44,000 ਵੀਕ ਦਾ ਆਪਾਂ ਲੰਗਰ ਛਕਾਉਂਦੇ ਹੈਗੇ ਆ। ਤਾਂ ਉਹ ਹੈਗਾ ਵਰਲਡ ਵਾਈਡ, ਆਪਣੇ ਇੰਡੀਆ ਵੀ, ਤਾਂ ਆਪਣੇ ਇੰਗਲੈਂਡ ਵੀ, ਤਾਂ ਬਾਕੀ ਉੱਦਾਂ ਵੈਸੇ ਜਿਹੜੇ ਲੋੜਵੰਦ ਆਪਾਂ ਹੁਣ ਕੋਵਿਡ ਕਰਕੇ ਆਪਾਂ ਹੁਣ ਰਾਸ਼ਨ ਛੱਡੀ ਦਾ ਘਰਾਂ ਦੇ ਵਿੱਚ। ਸੋ ਤਕਰੀਬਨ 45 ਦੇ ਲਾਗੇ ਛਾਗੇ ਜੀ। 40-45,000 ਬੰਦਾ ਹਰ ਹਫ਼ਤੇ ਤੁਸੀਂ ਉਹਨਾਂ ਦੇ ਲੰਗਰ ਤਿਆਰ ਕਰਦੇ ਹੋ, ਛਕਾਉਂਦੇ ਹੋ ਘਰਾਂ 'ਚ। ਲੰਗਰ ਸੁੱਕਾ ਰਾਸ਼ਨ ਵੀ ਛੱਡਦੇ ਹੋ ਜਿਹੜੇ ਲੋੜਵੰਦ ਉਹਨਾਂ ਦੇ ਲਈ। ਔਰ ਇਹਨਾਂ 'ਚ ਕੋਈ ਖਾਸ ਯਾਦਗਾਰੀ ਘਟਨਾ ਤੁਹਾਨੂੰ ਯਾਦ ਹੋਵੇ ਕਿ ਕਿਹੋ ਜਿਹਾ ਅਨੁਭਵ ਹੋਇਆ, ਲੰਗਰ ਛਕਣ ਵਾਲਿਆਂ ਨੇ ਕੋਈ ਗੱਲ ਕਹੀ ਹੋਵੇ ਜਾਂ ਕੋਈ ਜਿਹੜੀ ਗੱਲ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਖਾਸ ਤੌਰ ਦੇ ਉੱਤੇ, ਉਹ ਜ਼ਰੂਰ ਸਾਂਝੀ ਕਰੋ। ਬਹੁਤ ਜੀ, ਤਾਂ ਹੁਣ ਲੱਪਾਂ ਤਾਂ ਮੈਨੂੰ ਬਹੁਤ ਟਾਈਮ ਲੱਗ ਜਾਣਾ ਦੱਸਣ ਨੂੰ, ਪਰ ਉੱਦਾਂ ਆਪਾਂ ਨੇ ਜਿਹੜੇ ਹੁਣ ਲੰਗਰ ਛਕਣ ਆਉਂਦੇ ਵੀ ਹੈਗੇ ਆ, ਤਾਂ ਵੈਸੇ ਤਾਂ ਆਪਾਂ ਹੁਣ 30-35 ਸ਼ਹਿਰਾਂ 'ਚ ਆਪਾਂ ਲਾਈਦਾ। ਪਰ ਇੱਥੇ ਮੈਂ ਬਰਮਿੰਘਮ ਦੀ ਗੱਲ ਦੱਸ ਦਿੰਦਾ। ਇੱਥੇ ਹੁਣ ਸਾਡੇ ਕੋਲੋਂ ਆਪਣੇ ਸਿਰਫ ਗੋਰੇ ਨਹੀਂ, ਸਾਡੀ ਥਿੰਕਿੰਗ ਨਹੀਂ ਹੈ ਮੈਂ ਗੋਰੇ ਹੀ ਆ ਸਾਰੇ ਹੋਮਲੈਸ ਨਾ, ਆਪਣੇ ਪੰਜਾਬੀ ਵੀ ਆਉਂਦੇ ਹੈਗੇ ਆ ਹੋਮਲੈਸ, ਜਿਹੜੇ ਇੰਡੀਆ ਤੋਂ ਬੱਚੇ ਆਏ ਹੈਗੇ ਆ, ਅਫਗਾਨ ਤੋਂ ਆਏ ਹੈਗੇ ਆ, ਜਿਹੜੇ ਹੁਣ ਇਸ ਵੇਲੇ ਹੋਸਟਲਾਂ 'ਚ ਰਹਿ ਰਹੇ ਆ, ਸਟੂਡੈਂਟ ਵੀ ਚਾ ਮੁਸਲਮਾਨ ਵੀ। ਤਾਂ ਹੁਣ ਆਪਣੇ ਹੋ ਗਏ ਤਕਰੀਬਨ 6 ਮਹੀਨਿਆਂ ਦੀ ਗੱਲ ਆ, ਤਾਂ ਇੱਕ ਮੁਸਲਮਾਨ ਭਰਾ ਸਾਡਾ ਖੜਾ ਸੀਗਾ ਕਿਊ ਦੇ ਵਿੱਚ, ਤਾਂ ਬਹੁਤ ਉਦਾਸ ਸੀਗਾ। ਤਾਂ ਉਹਨੂੰ ਆਪਾਂ ਪੁੱਛਿਆ, ਮੈਂ ਜੇ ਕਿ ਪੁੱਛਿਆ ਮੈਂ ਕਿ ਵੀ ਕਿੱਦਾਂ, ਵੀ ਠੀਕ ਠਾਕ ਹੈ ਸਾਰਾ ਕੁਛ ਹੈ ਨਾ? ਤਾਂ ਉਹਦੀ ਅੱਖ ਜੀ ਪੜਿਆਈ, ਕਹਿੰਦਾ ਵੀ ਅੱਧਾ ਮੈਨੂੰ ਪਰਿਵਾਰ ਨੂੰ ਮਿਲਣ ਨੂੰ ਇੰਨਾ ਟਾਈਮ ਹੋ ਗਿਆ, ਮਾਪੇ ਨੂੰ, ਭਰਾ ਨੂੰ। ਤਾਂ ਮਗਰੋਂ ਕਹਿੰਦਾ ਵੀ ਰੋਜ਼ ਮੈਂ ਅੱਲਾ ਨੂੰ ਦੁਆ ਕਰਦਾ ਤੁਹਾਡੇ ਸਿੱਖ ਭਰਾਵਾਂ ਲਈ, ਵੀ ਤੁਸੀਂ ਸਾਨੂੰ ਆ ਕੇ ਇੱਥੇ ਲੰਗਰ ਛਕਾਉਂਦੇ ਆ, ਹੈ ਨਾ। ਕਹਿੰਦਾ ਮੈਂ ਹੈਗਾ ਗਰੀਬ ਆ, ਕਹਿੰਦਾ ਮੈਂ ਤੁਹਾਨੂੰ ਕੁਛ ਨਹੀਂ ਦੇ ਸਕਦਾ ਹੈਗਾ, ਪਰ ਇੱਕ ਗੱਲ ਮੈਂ ਦੇ ਸਕਦਾ, ਜਿਹੜੀ ਦੁਆ ਮੈਂ ਦਿੰਦਾ ਹੈ ਨਾ। ਤਾਂ ਉਹ ਮੇਰੇ ਬਹੁਤ ਮਨ ਨੂੰ ਲੱਗੀ ਵੀ ਤੁਸੀਂ ਜਦੋਂ ਲੰਗਰ ਛਕਾਉਂਦੇ ਆ
ਉਦੋਂ ਉਹਨਾਂ ਨੂੰ ਸਿੱਖੀ ਅਸੂਲਾਂ ਬਾਰੇ ਵੀ ਕੁਝ ਸਮਝਾਉਂਦੇ ਆ ਨਾਲ, ਕਿਉਂਕਿ ਤੁਸੀਂ ਨੌਜਵਾਨ ਆ, ਪੜ੍ਹੇ ਲਿਖੇ ਆ ਸਾਰੇ, ਗੱਲਬਾਤ ਇੰਗਲਿਸ਼ ਪੰਜਾਬੀ ਸਾਰਿਆਂ 'ਚ ਕਰ ਸਕਦੇ ਆ, ਸਮਝਾਉਂਦੇ ਹੋ ਕੁਝ? ਹਾਂਜੀ, ਨਹੀਂ ਜ਼ਰੂਰ ਜੀ। ਸਾਡੇ ਕੋਲ ਹੁਣ ਕਦੇ-ਕਦੇ ਸੁਸਾਇਟੀਆਂ ਵੀ ਆਉਂਦੀਆਂ ਹੈਗੀਆਂ, ਵੀ ਹੁਣ ਜਿਹੜੇ ਬੇਸਿਕਸ ਆਫ ਸਿੱਖੀ ਹੈਗੇ ਆ ਉਹ ਵੀ ਕਈ ਵਾਰੀ ਆਏ ਹੈਗੇ ਲੰਡਨੋਂ। ਜਿਹੜਾ ਹੁਣ ਜਗਰਾਜ ਭਾਜੀ ਹੁਣੀ ਉਹ ਵੀ ਕਈ ਵਾਰੀ ਆਏ ਸੀਗੇ ਸਾਡੇ ਇੱਥੇ ਸੇਵਾ 'ਤੇ, ਤਾਂ ਪ੍ਰਚਾਰ ਕਰਨ। ਤਾਂ ਉਹਦਾ ਵੈਸੇ ਆਪਾਂ ਹੁਣ ਸਮਝਾਉਂਦੇ ਰਹਿੰਦੇ। ਉੱਥੇ ਆਪਾਂ ਲੰਗਰ ਹੁਣ ਲਾਈਦਾ ਤਾਂ ਆਪਾਂ ਪਹਿਲਾਂ ਖੜ੍ਹ ਕੇ ਅਰਦਾਸ ਕਰੀਦੀ ਆ। ਤਾਂ ਜਿਹੜੇ ਹੁਣ ਛਕਣ ਵਾਲੇ ਉਹਨਾਂ ਨੂੰ ਇਹ ਵੀ ਪਤਾ ਵੀ ਇਹ ਗੋੜਿਆਂ ਨੂੰ ਪਤਾ ਵੀ ਇਹ ਸਿੰਘ ਸਾਡੇ ਜਿਹੜਾ ਖਾਣਾ ਬਲੈਸ ਕਰਦੇ ਆ, ਹੈ ਨਾ। ਤਾਂ ਇਹਨਾਂ ਨੂੰ ਬਹੁਤ ਕਈ ਗੋੜੇ ਵੀ ਨਾਲ ਖਰਚ ਹੁੰਦੇ ਆ ਹੱਥ ਜੋੜ ਕੇ, ਤਾਂ ਇਹਨਾਂ ਨੂੰ ਪਤਾ। ਸੋ ਬਹੁਤ ਬੜੀ ਗੱਲ ਆ। ਤਾਂ ਮੇਨ ਗੱਲ ਤਾਂ ਹੈਗੀ ਇਹ ਵੀ ਇਹਨਾਂ ਨੂੰ ਹੁਣ ਪਤਾ ਲੱਗੀ ਆਪਾਂ ਵੀ ਕੱਲ੍ਹ ਹੀ ਆਪਾਂ ਗੁਰਸਿੱਖ ਲੰਗਰ ਲਾਉਂਦੇ ਹੈਗੇ ਆ। ਵੀ ਚੱਲ ਸਾਡੀ ਸੁਸਾਇਟੀ ਦਾ ਇੱਕ ਪਾਸੇ ਤਾਂ 550 ਸਾਲ ਹੋ ਗਏ ਲੰਗਰ ਲੱਗਦੇ ਨੂੰ ਵਰਲਡ ਵਾਈਡ। ਤਾਂ ਵੀ ਸਾਡੀ ਪਹਿਲਾਂ ਤੋਂ ਇਹੀ ਥਿੰਕਿੰਗ ਸੀ ਵੀ ਆਪਾਂ ਚਾਰ ਦਰਵਾਜ਼ਿਆਂ ਤੋਂ ਆਪਾਂ ਨਾ ਗੁਰਦੁਆਰਿਆਂ ਤੋਂ ਬਾਹਰ ਲੈ ਕੇ ਜਾਈਏ, ਤਾਂ ਇੱਕ ਜਿੱਥੇ ਲੋੜ ਆ ਉਹਨਾਂ ਨੂੰ ਦਈਏ, ਰੱਜਿਆਂ ਨੂੰ ਨਹੀਂ। ਤਾਂ ਜਿਹੜੇ ਭੁੱਖੇ ਆ ਉਹਨਾਂ ਨੂੰ ਦਈਏ। ਤਾਂ ਦੂਜੀ ਗੱਲ ਹੈਗੀ ਹੈ ਵੀ ਅਗਲੇ ਨੂੰ ਪਤਾ ਵੀ ਲੱਗੇ ਵੀ ਸਿੱਖ ਹੈ ਕੌਣ ਹੈ। ਸੋ ਬਾਕੀ ਵਾਹਿਗੁਰੂ ਦੀ ਕਿਰਪਾ ਉਹ ਕਰਾਈ ਜਾਂਦੇ ਆ ਬਸ। ਹਾਂਜੀ, ਕੋਈ ਹੋਰ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋਵੋ? ਹਾਂਜੀ, ਆਪਣੇ ਜਿਹੜੇ ਹੁਣ ਆਹ COVID-19 ਕਰਕੇ ਸਾਡੇ ਆਪਣੇ ਪੰਜਾਬੀ ਬਹੁਤ ਇੰਡੀਆ ਤੋਂ ਵੀ ਆਏ ਹੈਗੇ ਆ, ਜਿਹੜੇ ਹੁਣ ਸਟੂਡੈਂਟ ਵੀ ਆਏ ਹੈਗੇ ਆ। ਤਾਂ ਵੈਸੇ ਬਹੁਤ ਪੁਰਾਣੇ ਜਿਹੜੇ ਇੰਡੀਆ ਤੋਂ 10-12 ਸਾਲ ਹੋ ਗਏ ਜਿਹੜੇ ਕੰਮ ਕਰਦੇ ਆ, ਉਹਨਾਂ ਨੂੰ ਇਸ ਵੇਲੇ ਹੁਣ ਬਹੁਤ ਮੁਸੀਬਤਾਂ ਹੈ ਵੀ ਕਰਕੇ ਹੁਣ ਜੋਬਾਂ ਵੀ ਕਈਆਂ ਦੀ ਗਈਆਂ। ਤਾਂ ਇਹ ਸਾਨੂੰ ਬਹੁਤ ਜ਼ਰੂਰੀ ਆ ਵੀ ਆਪਾਂ ਉਹਨਾਂ ਦਾ ਖਿਆਲ ਰੱਖੀਏ। ਇੱਥੇ ਆਪਾਂ ਹੁਣ ਆਹੀ ਗੁਰਦੁਆਰੇ ਦੇ ਬਾਹਰ ਆਪਾਂ ਲਾਈਦਾ ਲੰਗਰ, ਜਿਹੜੇ ਇੰਡੀਆ ਤੋਂ ਬੱਚੇ ਆਏ ਹੈਗੇ ਆ। ਤਾਂ ਉਹ ਹੁਣ ਬੱਚਿਆਂ ਨਾਲ ਆਪਾਂ ਗੱਲ ਕੀਤੀ ਸੀ, ਹੋ ਗਏ 2 ਹਫ਼ਤੇ। ਕਹਿੰਦੇ ਵੀ ਸਾਡੇ ਪਰਿਵਾਰ ਜਿਹੜੇ ਪਿੱਛੇ ਆ, ਸਾਡੀ ਮੰਮੀਆਂ ਦੇ ਫੋਨ ਆਉਂਦੇ ਆ, ਦਾਦੀਆਂ ਦੇ ਫੋਨ ਆਉਂਦੇ ਆ ਵੀ ਤੁਸੀਂ ਖਾਧਾ ਹੈਗਾ ਕੁਛ। ਵੀ ਇੱਕ ਤਾਂ ਅਸੀਂ ਪਹਿਲਾਂ ਵੀ ਕੋਵਿਡ ਕਰਕੇ ਡਰਿਆ, ਹੁਣ ਦੂਜੀ ਗੱਲ ਹੈਗੀ ਵੀ ਬੱਚੇ ਖਾਊਗੇ ਸਾਡੇ ਕਿੱਥੇ। ਸੋ ਹੁਣ ਕਈਆਂ ਨੂੰ ਆਪਣੇ ਵੀਡੀਓ ਕਾਲ ਕਰਨੀ ਪੈਂਦੀ, ਖਾਣਾ ਦਿਖਾਉਣਾ ਪੈਂਦਾ ਮਾਂ ਨੂੰ ਵਿਆਹ ਦੇ, ਮੈਂ ਖਾ ਲਿਆ ਕਰ, ਹੈ ਨਾ। ਸੋ ਇਹ ਤਾਂ ਸਾਡੇ ਬੱਚੇ ਆ, ਸਾਡੀ ਰਿਸਪੋਂਸੀਬਿਲਿਟੀ ਆ ਵੀ ਆਪਾਂ ਤਾਂ ਚੱਲ ਸਾਰੇ ਧਰਮਾਂ ਲਈ ਕਰੀਦਾ। ਜਿਹੜੇ ਆਪਣੇ ਬੱਚੇ ਪਹਿਲਾਂ ਤਾਂ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਸੀ। ਬਿਲਕੁਲ, ਸਾਰੇ ਧਰਮਾਂ ਲਈ ਗੱਲ, ਸਰਬੱਤ ਦੇ ਭਲੇ ਦੀ ਗੱਲ ਵੀ ਕਰਨੀ ਚਾਹੀਦੀ। ਪਰ ਜਿਹੜੀ ਗੱਲ ਵੀਰ ਰਣਧੀਰ ਸਿੰਘ ਨੇ ਆਖੀ ਆ, ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਅਸਤੂਲ ਤਾਂ ਸਾਡਾ ਹੈ ਹੀ ਆ। ਪਰ ਅਰਦਾਸ ਦੀ ਇਹ ਆਖਰੀ ਪੰਕਤੀ ਆ। ਪਹਿਲਾਂ ਅਸੀਂ ਜਦੋਂ ਅਰਦਾਸ ਸ਼ੁਰੂ ਹੁੰਦੀ ਉੱਥੇ ਅਸੀਂ ਕਹਿੰਦੇ ਆ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰੱਛਿਆ ਰਹਿਤ। ਸੋ ਖਾਲਸੇ ਦੀ ਗੱਲ ਵੀ ਕਰਨੀ, ਆਪਣੇ ਬੱਚਿਆਂ ਦੀ ਗੱਲ ਵੀ ਕਰਨੀ ਚਾਹੀਦੀ, ਔਰ ਉਚੇਜ ਦੇ ਕੇ ਕਰਨੀ ਚਾਹੀਦੀ। ਔਰ ਇਸ ਪੱਖੋਂ ਇਹ ਨੌਜਵਾਨ ਅਵੇਅਰ ਨੇ, ਇਹ ਬੜੀ ਵੱਡੀ ਖੁਸ਼ੀ ਦੀ ਗੱਲ ਆ। ਵੀਰ ਜੀ ਕੋਈ ਹੋਰ ਗੱਲ? ਬਸ ਜੀ, ਆਪਣੇ ਬਾਕੀ ਬਸ ਤੁਸੀਂ ਜਿਹੜੀ ਸੰਗਤਾਂ ਦੇਖਦੀਆਂ ਵੀ ਆ, ਤੁਸੀਂ ਪਲੀਜ਼ ਇੱਦਾਂ ਨਾ ਸੋਚਿਓ ਵੀ ਹੋਮਲੈਸਾਂ ਨੂੰ ਖਾਣਾ ਖਿਲਾਉਂਦੇ ਆ, ਸ਼ਰਾਬੀਆਂ ਨੂੰ ਖਾਣਾ ਖਿਲਾਉਂਦੇ ਆ। ਪਹਿਲੀ ਗੱਲ ਤਾਂ ਹੈਗੀ ਉਹ ਵੀ ਬੰਦੇ ਹੀ ਆ, ਹੈ ਨਾ। ਉਹਨਾਂ ਨੂੰ ਵੀ ਭੁੱਖ ਲੱਗਦੀ ਹੈਗੀ ਆ ਨਾ। ਜਿਹੜਾ ਹੁਣ ਆਪਣੇ ਜਿੱਥੇ ਆਪਾਂ ਹੁਣ ਬਰਮਿੰਘਮ ਜਾਣਾ ਹੈ ਇਸ ਵੇਲੇ, ਉੱਥੇ 200 ਬੰਦਾ ਆਉਣਾ, 200 ਤੋਂ 10-15 ਤਾਂ ਹੁੰਦੀ ਆ, ਹੈ ਨਾ। ਤਾਂ ਉਹ ਵੀ ਮਜਬੂਰੀ ਕਰਕੇ, ਹੈ ਨਾ। ਸਾਡੇ ਆਪਣੇ ਪੰਜਾਬੀ ਵੀ ਬਹੁਤ ਮੁੰਡੇ ਆਉਂਦੇ ਆ, ਤਾਂ ਹੋਰ ਮੁਸਲਮਾਨ ਵੀ ਬਹੁਤ ਆਉਂਦੇ। ਗੋੜੇ ਤਾਂ ਬਹੁਤ ਜਿਹਨਾਂ ਨੂੰ ਐਡਿਕਸ਼ਨ ਹੋਈ ਆ, ਉਹਨਾਂ ਦੀ ਵਜ੍ਹਾ ਆ। ਸੋ ਵਜ੍ਹਾ ਪੁੱਛੋ ਉਹਨੂੰ, ਹੈ ਨਾ। ਤਾਂ ਤੁਸੀਂ ਇਹ ਤਾਂ ਬਹੁਤ ਜ਼ਰੂਰੀ ਆ ਵੀ ਜਿਹੜੀ ਸੇਵਾ ਤਾਂ ਜਿੱਥੇ ਵੀ ਮਹਾਰਾਜ ਕਹਿੰਦਾ ਵੀ ਇੰਗਲਿਸ਼ ਕਹਾਵਤ ਹੈ, ਇਫ ਯੂ ਡੋਂਟ ਸੀ ਗॉड ਇਨ all, you don't see God at all, ਹੈ ਨਾ। all human race is one regardless color, creed, religion. ਸੋ ਇਹੀ ਆ ਬਸ। ਤਾਂ ਬਾਕੀ ਤੁਸੀਂ ਸੰਗਤਾਂ ਜਿਹੜੀ ਦੇਖਦੀਆਂ, ਤੁਸੀਂ ਪਲੀਜ਼ ਵੱਧ ਤੋਂ ਵੱਧ ਸਾਡੀ ਸੰਸਥਾ, ਤਾਂ ਜਿਹੜੀ ਹੋਰ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਬਹੁਤ ਵਧੀਆ ਸੇਵਾ ਕਰ ਰਹੀਆਂ, ਤੁਸੀਂ ਉਹਨਾਂ ਦੀ ਸਪੋਰਟ ਕਰੋ। ਤਾਂ ਉਹਨਾਂ ਨਾਲ ਤੁਸੀਂ ਸਮਾਂ ਜਾ ਕੇ ਇੱਕ ਦਾ ਆਧਾਰੀ ਤੁਸੀਂ ਸੰਗਤ ਟੀਵੀ ਬਾਰੇ ਖਾਸ ਤੌਰ ਤੇ ਤਾਂ ਬਹੁਤ ਧੰਨਵਾਦ ਸੰਗਤ ਟੀਵੀ ਦਾ। ਤਾਂ ਆਪਣੇ ਭਾਈ ਸਾਹਿਬ ਜੀ ਹੁਣੀ, ਤਾਂ ਆਪਣੇ ਤੁਹਾਡੇ ਬੱਚੇ ਵੀ ਸਾਡੀ ਸੁਸਾਇਟੀ ਦੇ ਵਿੱਚ ਹੈਗੇ ਆ, ਤਾਂ ਉਹਨਾਂ ਨੂੰ ਤਾਂ ਕਈ ਸਾਲ ਹੋ ਗਏ ਹੁਣ ਸੇਵਾ 'ਤੇ ਆਉਂਦਿਆਂ ਨੂੰ। ਤਾਂ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਆਪਣਾ ਟਾਈਮ ਕੱਢ ਕੇ ਤਾਂ ਤੁਸੀਂ ਸਾਡੇ ਨਾਲ ਆਏ ਆ। ਜਿਹੜੇ ਟਾਈਮ ਤਾਂ ਬਹੁਤ ਵੱਡੀ ਗੱਲ ਹੈ ਟਾਈਮ, ਹੈ ਨਾ। ਸੋ ਬਹੁਤ ਧੰਨਵਾਦ ਤੁਹਾਡਾ ਜੀ। ਰਣਧੀਰ ਸਿੰਘ, ਤੁਹਾਡਾ ਬਹੁਤ ਧੰਨਵਾਦ। ਨੌਜਵਾਨ ਚੰਗੇ ਪਾਸੇ ਲੱਗੇ ਹੋਏ ਔਰ ਸਿੱਖੀ ਦੀ ਗੱਲ ਕਰ ਰਿਹਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰ ਰਿਹਾ। ਔਰ ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਲੋੜਵੰਦਾਂ ਦੀ ਲੋੜ 'ਚ ਖੜ੍ਹੇ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ, ਔਰ ਸਾਰਿਆਂ ਨੂੰ ਸਾਂਝੇ ਕਲਾਵੇ ਵਿੱਚ ਲੈਣਾ। ਇਹ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ, ਜਿਨ੍ਹਾਂ ਦਾ ਆਪਾਂ ਸ਼ਹੀਦੀ ਪੁਰਬ ਵੀ ਮਨਾ ਰਹੇ ਹਾਂ, ਕਿ ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ
ਹਮਕੋ ਬਣਾਈ। ਸੋ ਸਗਲ ਸੰਗ ਬਣਾ ਕੇ ਰੱਖਣ ਵਾਲੀ ਗੱਲ ਹੈ। ਉਹਨਾਂ ਵਿੱਚ ਨਾਲ ਸਿੱਖੀ ਦਾ ਮੈਸੇਜ ਆਵੇ, ਸਿੱਖੀ ਦਾ ਸੁਨੇਹਾ ਜਾਵੇ, ਗੁਰਮਤਿ ਫਲਸਫੇ ਦੀ ਗੱਲ ਜਾਵੇ। ਇਹ ਖਿਆਲ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ। ਵੀਰ ਰਣਧੀਰ ਸਿੰਘ ਦਾ ਇੱਕ ਵਾਰ ਫਿਰ ਧੰਨਵਾਦ। ਆਓ ਤੁਹਾਨੂੰ ਬਰਮਿੰਘਮ ਦੇ ਵਿੱਚ ਜਿੱਥੇ ਲੰਗਰ ਵਰਤਾਇਆ ਜਾਣਾ, ਤੁਹਾਨੂੰ ਹੁਣ ਉੱਥੇ ਲੈ ਕੇ ਜਾਂਦੇ ਹਾਂ ਅਤੇ ਉੱਥੇ ਵੀ ਦਿਖਾਉਂਦੇ ਹਾਂ ਜੀ। ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਦੁਨੀਆ ਭਰ ਦੇ ਵਿੱਚ ਸਿੱਖ ਸੰਸਥਾਵਾਂ ਨੇ ਇਹਨਾਂ ਔਖਿਆਂ ਸਮਿਆਂ ਦੇ ਵਿੱਚ, ਇਸ ਮਹਾਂਮਾਰੀ ਦੇ ਸਮੇਂ ਦੇ ਵਿੱਚ ਦੁਖੀਆਂ ਦੀ, ਲੋੜਵੰਦਾਂ ਦੀ ਬਾਂਹ ਫੜੀ ਹੈ। ਜਿੱਥੇ ਕਿਤੇ ਲੰਗਰ ਦੀ ਲੋੜ ਸੀ, ਲੰਗਰ ਦਿੱਤਾ। ਜਿੱਥੇ ਦਵਾ ਦੀ ਲੋੜ ਸੀ, ਦਵਾ ਦਿੱਤੀ। ਜਿੱਥੇ ਕਿਤੇ ਡਾਕਟਰਾਂ ਨੂੰ ਸਮਾਨ ਦੀ ਲੋੜ ਸੀ, ਉਹਨਾਂ ਨੂੰ ਕਿੱਟਾਂ ਤੱਕ ਵੀ ਉਹਨਾਂ ਦੀ ਜਿਹੜੇ ਸੌਖ ਦੇ ਲਈ, ਉਹਨਾਂ ਦੀ ਸੁਰੱਖਿਆ ਦੇ ਲਈ ਦਿੱਤੀਆਂ ਗਈਆਂ, ਸਿੱਖਾਂ ਵੱਲੋਂ ਮੁਹੱਈਆ ਕੀਤੀਆਂ ਗਈਆਂ। ਔਰ ਇਸੇ ਕਰਕੇ ਇਸ ਮਹਾਂਮਾਰੀ ਦੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਗੱਲ ਹੋਈ। ਸਰਕਾਰਾਂ ਨੇ ਸਿੱਖਾਂ ਦੀ ਸਿਫਤ ਕੀਤੀ। ਸੁਪਰ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਨੇ ਕੀਤੀ ਔਰ ਦੁਨੀਆ ਭਰ ਦੀਆਂ ਸਰਕਾਰਾਂ ਨੇ ਕੀਤੀ। ਅਮਰੀਕਾ ਦੇ ਵਿੱਚ ਪੁਲਿਸ ਦੀਆਂ ਕਾਰਾਂ ਨੇ ਜਾ ਕੇ ਗੁਰਦੁਆਰੇ ਦੇ ਆਲੇ ਦੁਆਲੇ ਪਰਿਕਰਮਾ ਕਰਕੇ ਸਤਿਕਾਰ ਪ੍ਰਗਟ ਕੀਤਾ। ਇੱਦਾਂ ਹੀ ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਉਹਦੀ ਪਰਿਕਰਮਾ ਕਰਕੇ ਵੀ ਪੁਲਿਸ ਦੀਆਂ ਕਾਰਾਂ ਵੱਲੋਂ ਸਤਿਕਾਰ ਪ੍ਰਗਟ ਕੀਤਾ ਗਿਆ। ਉੱਥੇ ਵੀ ਪ੍ਰਧਾਨ ਮੰਤਰੀ ਨੇ ਸਿਫਤ ਕੀਤੀ। ਇਸ ਗੱਲ ਨੂੰ ਮੈਂ ਇੱਕ ਗੀਤ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ, ਆਪ ਨਾਲ ਸਾਂਝਾ ਕਰਦਾ ਜੀ। ਸਿੱਖਾਂ ਕੀਤੀ ਸੇਵਾ ਦੁਨੀਆ ਖੁਸ਼ ਬੜੀ, ਸਿੱਖਾਂ ਦੀ ਸੇਵਾ ਤੋਂ ਦੁਨੀਆ ਖੁਸ਼ ਬੜੀ, ਮਹਾਂਮਾਰੀ ਨੂੰ ਮਾਰਨ ਦੇ ਲਈ ਜੰਗ ਲੜੀ। ਕਿਤੇ ਲਗਾਏ ਲੰਗਰ, ਕਿਤੇ ਦਵਾ ਦਿੱਤੀ, ਟੁੱਟਦੇ ਜਾਂਦੇ ਸਾਹ ਨੂੰ ਕਿਤੇ ਦਵਾ ਦਿੱਤੀ। ਲੋੜਵੰਦਾਂ ਦੀਆਂ ਲੋੜਾਂ ਲਈ ਰਹੇ ਕੌਮ ਖੜੀ, ਸਿੱਖਾਂ ਕੀਤੀ ਸੇਵਾ ਦੁਨੀਆ ਖੁਸ਼ ਬੜੀ, ਮਹਾਂਮਾਰੀ ਨੂੰ ਮਾਰਨ ਦੇ ਲਈ ਜੰਗ ਲੜੀ। ਘਰ ਘਰ ਜਾ ਕੇ ਦੁਖੀਆਂ ਦੇ ਦੁੱਖ ਵੰਡੇ ਨੇ, ਔਖੀ ਘੜੀ 'ਚ ਝੂਲੇ ਕੇਸਰੀ ਝੰਡੇ ਨੇ। ਤੇਰੇ ਭਾਣੇ ਸਭ ਦੇ ਭਲੇ ਦੀ ਤੁੱਕ ਪੜੀ, ਸਿੱਖਾਂ ਕੀਤੀ ਸੇਵਾ ਦੁਨੀਆ ਖੁਸ਼ ਬੜੀ, ਮਹਾਂਮਾਰੀ ਨੂੰ ਮਾਰਨ ਦੇ ਲਈ ਜੰਗ ਲੜੀ। ਗੁਰੂ ਘਰਾਂ ਦੀ ਸਿਫਤ ਕੀਤੀ ਸਰਕਾਰਾਂ ਨੇ, ਆਪ ਪਰਿਕਰਮਾ ਕੀਤੀ ਪੁਲਿਸ ਦੀਆਂ ਕਾਰਾਂ ਨੇ। ਗੀਤ ਕੌਮ ਦੇ ਲਿਖਣੇ ਰਾਣੇ ਕਲਮ ਫੜੀ, ਸਿੱਖਾਂ ਕੀਤੀ ਸੇਵਾ ਦੁਨੀਆ ਖੁਸ਼ ਬੜੀ, ਮਹਾਂਮਾਰੀ ਨੂੰ ਮਾਰਨ ਦੇ ਲਈ ਜੰਗ ਲੜੀ। ਸਿੱਖਾਂ ਕੀਤੀ ਸੇਵਾ ਦੁਨੀਆ ਖੁਸ਼ ਬੜੀ, ਸਿੱਖਾਂ ਦੀ ਸੇਵਾ ਤੋਂ ਦੁਨੀਆ ਖੁਸ਼ ਬੜੀ, ਸਿੱਖਾਂ ਦੀ ਸੇਵਾ ਤੋਂ ਦੁਨੀਆ ਖੁਸ਼ ਬੜੀ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦੇਖ ਰਹੇ ਹੋ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਦੇ ਵੱਲੋਂ ਬਰਮਿੰਘਮ ਟਾਊਨ ਸੈਂਟਰ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਔਰ ਲਾਈਨਾਂ ਲੱਗ ਰਹੀਆਂ ਨੇ। ਜਿਹੜੇ ਕਿ ਸੈਂਕੜੇ ਬੰਦਿਆਂ ਨੇ ਅੱਜ ਆ ਕੇ ਇੱਥੇ ਲੰਗਰ ਛਕਣਾ ਹੈ। ਇਹਨਾਂ ਦਾ ਤਕਰੀਬਨ ਰੋਜ਼ ਦੀ ਸੇਵਾ ਵਾਲੀ ਗੱਲ ਹੈ ਔਰ ਅੱਜ ਖਾਸ ਤੌਰ ਦੇ ਉੱਤੇ ਗੁਰਦੁਆਰਿਆਂ ਦੇ ਪ੍ਰਧਾਨ ਵੱਖਰੇ ਤੌਰ ਤੇ ਵੱਖ-ਵੱਖ ਗੁਰਦੁਆਰਿਆਂ ਤੋਂ ਸੇਵਾ ਲੈ ਕੇ ਆਏ ਨੇ। ਬਰੈਡਫੋਰਡ ਤੋਂ ਵੀ ਵੀਰ ਸਾਡੇ ਆਏ ਨੇ ਔਰ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਓਲਡਵਰੀ ਦੇ ਇਹ ਪ੍ਰਧਾਨ ਸਾਹਿਬ ਸਾਡੇ ਕੋਲ ਨੇ ਇਸ ਵੇਲੇ ਵੀਰ ਜਸਵੀਰ ਸਿੰਘ ਜੀ। ਵੀਰ ਜੀ, ਇਹ ਸਾਰੀ ਸੇਵਾ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਤੇ ਤੁਸੀਂ ਕਿਵੇਂ? ਪਹਿਲਾਂ ਤਾਂ ਦਸਵੇਂ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਬੁਲਾਉਂਦਾ ਹੈ। ਸਾਰੀਆਂ ਸੰਗਤਾਂ ਦੇ ਚਰਨਾਂ ਬੇਨਤੀ ਕਰਦਾ ਕਿ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਬੜੇ ਹੀ ਵਡਭਾਗੀ ਸਮਝਦੇ ਹਾਂ ਆਪਣੇ ਆਪ ਨੂੰ ਸਾਰਿਆਂ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਬਰੈਡਫੋਰਡ ਤੋਂ ਸੰਗਤਾਂ ਆਈਆਂ ਹਨ ਲੰਗਰ ਲੈ ਕੇ। ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਓਲਡਵਰੀ ਤੋਂ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਜੋ ਹਾਈਵੇਕਮ ਉੱਥੋਂ ਸੰਗਤਾਂ ਆਈਆਂ ਹਨ। ਆਪ ਸਾਰੀਆਂ ਹੀ ਸੰਗਤਾਂ ਜਾਣਦੀਆਂ ਹਨ ਕਿ ਇਹ ਗੁਰੂ ਘਰ ਸੰਤ ਬਾਬਾ ਗਿਆਨ ਸਿੰਘ ਨਿਰਮਲ ਕੁਟੀਆ ਜੌਲਾਂ ਵਾਲਿਆਂ ਨੇ ਇਹ ਸਥਾਪਿਤ ਕੀਤੇ ਹਨ। ਅੱਜ ਉਹਨਾਂ ਦੇ ਜੋ ਮੌਜੂਦਾ ਡੇਰੇ ਦੇ ਮੁਖੀ ਹਨ ਸੰਤ ਬਾਬਾ ਜੀਤ ਸਿੰਘ ਜੀ, ਜੋ ਕਿ ਪਿਛਲੇ ਅੱਜ ਜਦ ਤੋਂ ਹੀ ਕਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੈ, ਉਹ ਜਿੱਥੇ ਵੀ ਲੋੜਵੰਦਾਂ ਨੂੰ ਲੋੜ ਹੁੰਦੀ ਹੈ ਵਸਤਰਾਂ ਦੀ, ਲੰਗਰਾਂ ਦੀ, ਬੇਅੰਤ ਲੰਗਰ ਵਰਤਾ ਰਹੇ ਹਨ ਇੰਡੀਆ ਦੇ ਵਿੱਚ, ਸਾਰੀਆਂ ਹੀ ਸਟੇਟਾਂ ਦੇ ਵਿੱਚ। ਸੋ ਉਹਨਾਂ ਦੀ ਪ੍ਰੇਰਨਾ ਸਦਕਾ ਅੱਜ ਇੰਗਲੈਂਡ ਦੇ ਸਾਰੀਆਂ ਹੀ ਸੰਗਤਾਂ ਵੱਲੋਂ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਬਰੈਡਫੋਰਡ, ਹਾਈਵੇਕਮ ਤੇ ਓਲਡਵਰੀ ਦੀਆਂ ਸੰਗਤਾਂ ਵੱਲੋਂ ਜੋ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਲੰਗਰ ਲੈ ਕੇ ਆਏ ਹਨ। ਸੋ ਅਸੀਂ ਜੋ ਇੱਥੇ ਦੀ ਮਿਡਲੈਂਡ ਸੇਵਾ ਸੁਸਾਇਟੀ ਜੋ ਪਿਛਲੇ ਲੰਮੇ ਸਮੇਂ ਤੋਂ ਇਹ ਸੇਵਾ ਕਰ ਰਹੇ ਹਨ, ਸੰਗਤਾਂ ਦੀ ਹਰ ਰੋਜ਼ ਲੰਗਰ ਵਰਤਾ ਰਹੇ ਹਨ। ਅਸੀਂ ਇਹਨਾਂ ਦਾ ਵੀ ਬਹੁਤ ਹੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਹ ਸਾਨੂੰ ਸੇਵਾ ਬਖਸ਼ੀ ਹੈ, ਕਿਉਂਕਿ ਗੁਰੂ ਨਾਨਕ ਮਹਾਰਾਜ ਦਾ ਹੁਕਮ ਹੀ ਹੈ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਜੋ ਲੋੜਵੰਦ ਹੈ ਉਹਨਾਂ ਦੀ ਸੇਵਾ ਕਰਨੀ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ। ਸੋ ਇਹ ਅੱਜ ਸਾਨੂੰ ਸੇਵਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਬਖਸ਼ੀ ਹੈ। ਅਸੀਂ ਸਾਰਿਆਂ ਹੀ ਸੰਗਤਾਂ ਦਾ, ਸੰਗਤ ਟੈਲੀਵਿਜ਼ਨ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਕਿ ਇਹ ਸਾਨੂੰ ਸੇਵਾ ਬਖਸ਼ੀ ਹੈ। ਇਹ ਕਰੋਨਾ ਵਾਇਰਸ ਜੋ ਸੰਸਾਰ ਦੇ ਵਿੱਚ ਫੈਲੀ ਹੈ, ਆਪਾਂ ਸਾਰੇ ਹੀ ਸੰਗਤਾਂ ਜਾਣਦੇ ਹਨ ਕਿ ਬੜੇ ਹੀ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਹਨ। ਇਸ ਵੇਲੇ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਜੋ ਵੀ ਗ੍ਰੰਥੀ ਸਾਹਿਬਾਨ ਹਨ ਸੇਵਾ ਨਿਭਾ ਰਹੇ ਹਨ, ਕਿਉਂਕਿ ਕਾਨੂੰਨ ਦੀ ਪਾਲਣਾ ਕਰਦੇ ਹਨ, ਕਿਉਂਕਿ ਹੁਣ ਇਸ ਵੇਲੇ ਬੰਦ ਹਨ ਗੁਰੂ ਘਰ, ਪਰ ਉਹ ਆਪਣੀ ਨਿਰੰਤਰ ਸੇਵਾ ਕਰ ਰਹੇ ਹਨ, ਅਰਦਾਸਾਂ ਕਰ ਰਹੇ ਹਨ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਗੁਰੂ ਮਹਾਰਾਜ ਜੀ ਜੋ ਜਿਸ ਤਰ੍ਹਾਂ ਇਹ ਬਿਮਾਰੀ ਆਈ ਹੈ ਉਸੇ ਤਰ੍ਹਾਂ ਹੀ ਚਲੇ ਜਾਵੇ। ਜਗਤ ਜਲੰਦਾ ਰੱਖ ਲਾ ਆਪਣੀ ਕਿਰਪਾ ਧਾਰ। ਆਪਾਂ ਸਾਰੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਹਨ ਇਹ ਮਹਾਰਾਜ ਇਸ ਭਿਆਨਕ ਬਿਮਾਰੀ ਤੋਂ ਸਾਰੀਆਂ ਹੀ ਸੰਗਤਾਂ ਨੂੰ ਬਚਾ ਕੇ ਰੱਖਣਾ, ਆਪਣਾ ਮਿਹਰਾ ਭਰਿਆ ਹੱਥ ਰੱਖਣਾ। ਸੋ ਅੱਜ ਜੋ ਇਹ ਸੇਵਾ ਚੱਲ ਰਹੀ ਹੈ, ਅਸੀਂ ਫਿਰ ਦੁਬਾਰਾ
ਮਿਡਲੈਂਡ ਜੋ ਲੰਗਰ ਸੇਵਾ ਸੁਸਾਇਟੀ ਵਾਲੇ ਵੀਰ ਹਨ, ਉਹਨਾਂ ਦਾ, ਸੰਗਤ ਟੈਲੀਵਿਜ਼ਨ ਵਾਲਿਆਂ ਦਾ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਨ। ਮਹਾਂਪੁਰਸ਼ਾਂ ਵੱਲੋਂ ਜੋ ਸਾਨੂੰ ਇਹ ਹੁਕਮ ਹੋਇਆ ਹੈ ਕਿ ਤੁਸੀਂ ਇਹ ਸੇਵਾ ਕਰਨੀ ਆ, ਜਿੱਥੇ ਜਿੱਥੇ ਵੀ ਲੋੜਵੰਦਾਂ ਨੂੰ ਜੋ ਵੀ ਵਸਤਰ ਚਾਹੀਦੇ ਹੋਣ, ਲੰਗਰ ਚਾਹੀਦੇ ਹੋਣ, ਤੁਸੀਂ ਜ਼ਰੂਰ ਉੱਥੇ ਸੇਵਾ ਕਰਨੀ ਹੈ ਇਸ ਮੁਲਕ ਦੇ ਵਿੱਚ ਵੀ, ਕਿਉਂਕਿ ਆਪ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਉਹਨਾਂ ਦੀ ਬੇਅੰਤ ਸੇਵਾ ਚੱਲ ਰਹੀ ਹੈ। ਸੋ ਜਿੱਥੇ ਜਿੱਥੇ ਲੋੜਵੰਦਾਂ ਨੂੰ ਲੋੜ ਹੁੰਦੀ ਹੈ, ਉਹ ਆਪ ਲੰਗਰ ਵਰਤਾਉਂਦੇ ਹਨ। ਹੁਣ ਥੋੜ੍ਹਾ ਜਿਹਾ ਸਮਾਂ ਪਹਿਲਾਂ ਹੀ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਤੇ ਸ੍ਰੀ ਹਰਿਮੰਦਰ ਸਾਹਿਬ ਵੀ 140 ਕੁਆਂਟਲ ਤੇ 1.5 ਲੱਖ ਤੋਂ ਵੀ ਵੱਧ ਬਹੁਤ ਹੀ ਆਪਣੇ ਜੋ ਮਾਇਆ ਵਸਤਰ ਜੋ ਵੀ ਜਿੱਥੇ ਜਿੱਥੇ ਵੀ ਲੋੜਾਂ ਹੁੰਦੀਆਂ ਹਨ ਉਹ ਬਖਸ਼ਦੇ ਕਿਰਪਾ ਕਰਦੇ ਹਨ, ਦਿੰਦੇ ਹਨ। ਤੋਂ ਬੜੇ ਹੀ ਅਸੀਂ ਚਾਹੁੰਦੇ ਹਨ ਕਿ ਇਸੇ ਹੀ ਤਰ੍ਹਾਂ ਜੋ ਇੱਥੇ ਜਿੰਨੀ ਕੁ ਵੀ ਸਾਨੂੰ ਗੁਰੂ ਮਹਾਰਾਜ ਨੇ ਮੱਤ ਬੁੱਧ ਬਖਸ਼ੀ ਹੈ, ਅਸੀਂ ਉਹਦੇ ਹਿਸਾਬ ਦੇ ਨਾਲ ਅਸੀਂ ਇੱਥੇ ਸੇਵਾ ਨਿਭਾ ਰਹੇ ਹਨ। ਮਹਾਰਾਜ ਕਿਰਪਾ ਕਰਨ, ਸਾਡੀ ਇਹ ਸਾਰਿਆਂ ਦੀ ਹੀ ਸੇਵਾ ਆਪਣੇ ਦਰ ਪ੍ਰਵਾਨ ਕਰਨ, ਸਭ ਨੂੰ ਹੀ ਤੰਦਰੁਸਤੀਆਂ ਦੇ, ਰੋਗਤਾ ਨਾਮ ਦਾਨ ਬਖਸ਼ਣ। ਸੋ ਦਾਸ ਬੇਨਤੀ ਕਰਦਾ ਕਿ ਹੁਣ ਸਾਡੇ ਧੰਨਵਾਦ ਤੁਹਾਡਾ ਬਹੁਤ ਬਹੁਤ ਜਸਵੀਰ ਸਿੰਘ ਜੀ। ਔਰ ਮੈਂ ਇੱਥੇ ਗੱਲ ਸਾਂਝੀ ਕਰਦਾ ਜਾਵਾਂ, ਬੇਸ਼ੱਕ ਕੈਮਰੇ ਦੀ ਅੱਖ ਨਾਲ ਤੁਸੀਂ ਦੇਖ ਵੀ ਲਓ ਕਿ ਲੰਗਰ ਵਰਤਾਉਣਾ ਸ਼ੁਰੂ ਕੀਤਾ ਗਿਆ। ਪਾਸਤਾ ਜਾਣੀ ਕਿ ਜੋ ਇੱਥੋਂ ਦੇ ਲੋਕ ਆਮ ਤੌਰ 'ਤੇ ਖਾਂਦੇ ਨੇ, ਇਹ ਪਾਸਤਾ ਵਰਤਾਇਆ ਜਾ ਰਿਹਾ ਹੈ। ਔਰ ਨਾਲ ਨਾਲ ਤੁਸੀਂ ਦੇਖੋਗੇ ਕਿ ਬਿਲਕੁਲ ਪੂਰਾ ਤਿਉਹਾਰ ਦਾ ਵੀ ਖਿਆਲ ਰੱਖਿਆ ਜਾ ਰਿਹਾ। ਨੌਜਵਾਨਾਂ ਨੇ ਵੀ ਆਪਣੇ ਤੌਰ ਦੇ ਉੱਤੇ, ਔਰ ਜਿਹੜੀਆਂ ਲਾਈਨਾਂ ਲਵਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਥੋੜ੍ਹਾ ਆਪਣਾ ਡਿਸਟੈਂਸ ਕਾਇਮ ਰੱਖੋ। ਔਰ ਲੰਬੀਆਂ ਲਾਈਨਾਂ ਲੱਗੀਆਂ, ਜੇ ਤੁਸੀਂ ਦੂਰ ਤੱਕ ਦੇਖੋਗੇ ਤਾਂ ਸਾਰੀ ਉਹਨਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈਗੀ ਆ ਪੂਰੀ ਦੀ ਪੂਰੀ। ਔਰ ਇੱਧਰਲੇ ਬੰਨੇ ਨਾਲ ਸੌਫਟ ਡਰਿੰਕ ਵੀ ਜਿਹੜਾ ਜੂਸ, ਔਰੰਜ ਜੂਸ, ਬਲੈਕਬੈਰੀ ਜੂਸ, ਤਰ੍ਹਾਂ ਤਰ੍ਹਾਂ ਦੇ ਜੂਸ ਜਿਹੜੇ ਸਾਰੇ ਉਹ ਵਰਤਾਏ ਜਾ ਰਹੇ ਆ। ਔਰ ਜੇ ਤੁਸੀਂ ਦੇਖੋਗੇ ਤਾਂ ਨਾਲ ਪੋਟੈਟੋ ਚਿਪਸ ਦਿੱਤੇ ਜਾ ਰਹੇ ਜਿਹੜੇ ਕਿ ਖਾਸ ਤੌਰ 'ਤੇ ਛੋਟੇ ਛੋਟੇ ਪੈਕਟੇ ਵੀ। ਸੋ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਉਹਨਾਂ ਦੇ ਖਾਣ ਵਾਲੀਆਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਤਿਆਰ ਕੀਤੀਆਂ ਗਈਆਂ ਆ। ਔਰ ਇਹ ਤਿਆਰ ਕਰਕੇ ਸਾਰਿਆਂ ਨੂੰ ਲਿਫਾਫਿਆਂ 'ਚ ਬੰਦ ਕਰਕੇ ਦਿੱਤੀਆਂ ਜਾ ਰਹੀਆਂ ਤਾਂ ਕਿ ਉਹ ਜਿੱਥੇ ਇੱਥੇ ਬੈਠ ਕੇ ਉੱਥੇ ਉਹ ਛਕ ਸਕਣ। ਅਤੇ ਨੌਜਵਾਨਾਂ ਜੋ ਚੇਚੇ ਤੌਰ 'ਤੇ ਜਿੱਦਾਂ ਵੀਰ ਜਸਵੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਗੁਰਦੁਆਰੇ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਨਾਲ ਮਿਲ ਕੇ ਕੰਮ ਕਰਦੇ ਨੇ। ਵੱਖ-ਵੱਖ ਦਿਨਾਂ ਦੀ ਵੱਖ-ਵੱਖ ਗੁਰਦੁਆਰੇ ਜ਼ਿੰਮੇਵਾਰੀ ਲੈਂਦੇ ਨੇ। ਅੱਜ ਖਾਸ ਕਰਕੇ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਜਿਹੜੇ ਗੁਰਦੁਆਰੇ ਸੀ ਉਹਨਾਂ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ, ਅਤੇ ਓਲਡਬਰੀ ਤੋਂ, ਹਾਈਵੇ ਕੰਬਨ ਤੋਂ ਅਤੇ ਬਰੈਡਫੋਰਡ ਤੋਂ ਵੱਖ-ਵੱਖ ਗੁਰਦੁਆਰਿਆਂ ਤੋਂ, 3 ਗੁਰਦੁਆਰਿਆਂ ਤੋਂ ਸੰਗਤਾਂ ਆਈਆਂ ਉਚੇਚੇ ਤੌਰ ਦੇ ਉੱਤੇ। ਔਰ ਇਹ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਜਿਹੜੀ ਹੈ ਤਕਰੀਬਨ 7 ਸਾਲ ਤੋਂ ਲਗਾਤਾਰ ਸੇਵਾ ਕਰ ਰਿਹਾ। ਵੀਰ ਰਣਧੀਰ ਸਿੰਘ ਜੀ ਤੇ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਇਹ ਬੜੀ ਤਨਦੇਹੀ ਨਾਲ ਲੱਗੇ ਹੋਏ ਆ, ਔਰ ਕਮਿਊਨਿਟੀ ਵੱਲੋਂ ਵੀ ਇਹਨਾਂ ਨੂੰ ਪੂਰਾ ਸਾਥ ਮਿਲ ਰਿਹਾ ਹੈਗਾ। ਵਾਹਿਗੁਰੂ 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 ਵਾਹਿਗੁਰੂ